ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ नानक जस गायो, जो प्रभ की अत प्यारी। तुर की बानी आई, तिन सगली चिंत मिटाई। आवो सिख सतगुरु के प्यारेओ, गावो सच्ची बानी। बानी तां गावो गुरु केरी, बानिया सिर बानी। परम सन्मानयोग गुरु दा खास रूप सत संगत जीओ। अज गुरगद्दी ते बिराजमान, जुगो जुग अटल, प्रगट गुरां की देह ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਅਕਾਲ ਚੈਨਲ ਤੇ ਸਰਬੱਤ ਸੰਗਤਾਂ ਵੱਲੋਂ ਮਿਲ ਕਰਕੇ ਬੜੀ ਸ਼ਰਧਾ ਦੇ ਨਾਲ, ਬੜੇ ਪਿਆਰ ਦੇ ਨਾਲ ਤੇ ਬੜੇ ਉਮਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਜਿੱਥੇ ਜਿੱਥੇ ਵੀ ਆਪ ਜੀ ਅਕਾਲ ਚੈਨਲ ਵੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਫਤਿਹ ਬੁਲਾਉਣ ਤੋਂ ਪਹਿਲਾਂ ਸਾਰੇ ਕਿਰਪਾ ਕਰੋ 5 ਵਾਰੀ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 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 ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਸਾਹਿਬ ਜੀ ਨੂੰ ਹੀ ਆਪਾਂ ਨਮਸਕਾਰ ਕਰੀਏ, ਨਤਮਸਤਕ ਹੋਈਏ, ਪ੍ਰਣਾਮ ਕਰੀਏ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਤਿਗੁਰੂ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਪਹਿਲਾ ਪ੍ਰਕਾਸ਼ ਉਤਸਵ। ਥੋੜ੍ਹਾ ਜਿਹਾ ਆਪਾਂ ਇਸ ਨੂੰ ਸਮਝਣਾ ਹੈ ਕਿ ਇਹ ਦਿਹਾੜਾ ਕੀ ਹੈ, ਇਹ ਪੁਰਬ ਕੀ ਹੈ। ਤੇ ਬੜਾ ਪਿਆਰਾ ਸ਼ਬਦ ਹੈ ਜਿਸ ਨੂੰ ਅਸੀਂ ਆਖ ਰਹੇ ਹਾਂ ਪਹਿਲਾ ਪ੍ਰਕਾਸ਼ ਉਤਸਵ ਜਾਂ ਪਹਿਲਾ ਪ੍ਰਕਾਸ਼ ਦਿਹਾੜਾ। ਪ੍ਰਕਾਸ਼ ਦੇ ਅਰਥ ਕੀ ਹਨ ਅਤੇ ਦਿਹਾੜੇ ਦੇ ਅਰਥ ਕੀ ਹਨ। ਜਿਵੇਂ ਮਨੁੱਖ ਦੀਆਂ 3 ਸਟੇਜਾਂ ਨੇ, ਬਚਪਨ, ਜਵਾਨੀ ਤੇ ਬੁਢੇਪਾ। ਇਵੇਂ ਹੀ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਆਪਾਂ ਇਹ ਸਟੇਜਾਂ ਤੇ ਨਹੀਂ ਕਹਿ ਸਕਦੇ, ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 3 ਪੁਰਬ ਬੜੇ ਪਿਆਰ ਦੇ ਨਾਲ ਸਿੱਖ ਜਗਤ ਮਨਾਉਂਦਾ ਹੈ। ਪਹਿਲਾ ਪੁਰਬ ਮਹਾਰਾਜ ਦਾ ਹੈ ਜਿਸ ਨੂੰ ਅੱਜ ਅਸੀਂ ਮਨਾ ਰਹੇ ਹਾਂ, ਸਤਿਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਪ੍ਰਕਾਸ਼ ਉਤਸਵ। ਜਿਸ ਦਿਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਘਰ ਦੇ ਪ੍ਰਥਮ ਵਜ਼ੀਰ ਥਾਪ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆਦਿ ਬੀੜ ਦਾ ਪੋਥੀ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਉਹ ਦਿਨ ਦੂਸਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਿੱਖ ਜਗਤ ਉਹ ਦਿਹਾੜਾ ਮਨਾਉਂਦਾ ਹੈ ਸੰਪੂਰਨਤਾ ਦਿਵਸ।
ਜਿਸ ਦਿਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪੂਰਨਤਾ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਡਾ ਪੰਜਵਾਂ ਤਖਤ ਜੋ ਹੈ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਦਰਜ ਕਰਕੇ ਤੇ ਉਹ ਮਹਾਨ ਗੁਰਸਿੱਖਾਂ ਦਾ ਵੀ ਜ਼ਿਕਰ ਕਰ ਲਈਏ। ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੂੰ ਲਿਖਾਰੀ ਦੀ ਸੇਵਾ ਸੌਂਪ ਕੇ ਤੇ ਦਮਦਮਾ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੰਪੂਰਨ ਕੀਤਾ। ਕਿਉਂਕਿ ਪਹਿਲੀ ਬੀੜ ਦੇ ਵਿੱਚ ਆਦਿ ਬੀੜ ਦੇ ਵਿੱਚ ਪੋਥੀ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਨਹੀਂ ਸੀ। ਪਿਤਾ ਗੁਰਦੇਵ ਦੀ ਬਾਣੀ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿੱਚ ਦਰਜ ਕਰਵਾਇਆ ਤੇ ਸੰਪੂਰਨਤਾ ਦਿਵਸ ਤੇ ਸਾਧ ਸੰਗਤ ਤੀਸਰਾ ਪੁਰਬ ਗੁਰੂ ਸਾਹਿਬ ਜੀ ਦਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ, ਜਿਸ ਦਿਨ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਬਚਲ ਨਗਰ ਵਿਖੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਜੋਤੀ ਜੋਤ ਸਮਾਨ ਤੋਂ ਪਹਿਲਾਂ ਜਦੋਂ ਸਿੱਖਾਂ ਨੇ ਪੁੱਛ ਕੀਤੀ, ਗਰੀਬ ਨਵਾਜ ਸਿੱਖ ਸੰਗਤ ਹੈ ਤੇਰੀ, ਇਸ ਦਾ ਕੀ ਹਵਾਲ, ਤਾਂ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ, ਬਚਨ ਕੀਤਾ, ਗ੍ਰੰਥ ਗੁਰੂ ਹੈ ਲੜ ਪਕੜੋ ਆਕਾਲ। ਭਾਈ ਕੇਸ਼ਰ ਸਿੰਘ ਜੀ ਸ਼ਿੱਬਰ ਦੇ ਬਚਨ ਨੇ ਤੇ ਅੱਜ ਤੂੰ ਬਚਨ ਕੀਤਾ, ਗ੍ਰੰਥ ਗੁਰੂ ਹੈ ਲੜ ਪਕੜੋ ਆਕਾਲ। ਜਿਸ ਸ਼ਬਦ ਦੇ ਲੜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਨੂੰ ਲਗਾਇਆ, ਅੱਜ ਕਲਗੀਧਰ ਪਾਤਸ਼ਾਹ ਜੀ ਨੇ ਉਸ ਗੱਲ ਦੇ ਉੱਪਰ ਮੋਹਰ ਲਗਾ ਦਿੱਤੀ ਕਿ ਵਿਅਕਤੀਗਤ ਸਰੀਰਕ ਗੁਰੂ ਇਸ ਤੋਂ ਬਾਅਦ ਵਿੱਚ ਹੁਣ ਤੁਹਾਡਾ ਸ਼ਬਦ ਗੁਰੂ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਜੋ ਆਪਾਂ ਅਰਦਾਸ ਤੋਂ ਬਾਅਦ ਵਿੱਚ ਪੰਥ ਪ੍ਰਵਾਨਤ ਦੋਹਰਾ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਕਰੋ ਕਿਰਪਾ ਜਿੱਥੇ ਜਿੱਥੇ ਵੀ ਆਪ ਜੀ ਆਨੰਦ ਮਾਣ ਰਹੇ ਹੋ। ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੇ ਲੇਹ। ਇਹ ਦੋਹਰਾ ਆਪਾਂ ਪੰਥ ਪ੍ਰਮਾਣ ਦੋਹਰਾ ਪੜ੍ਹਦੇ ਹਾਂ। ਸੋ ਆਓ ਗੁਰੂ ਪਿਆਰਿਓ, ਹੁਣ ਆਪਾਂ ਜੋ ਅੱਜ ਸਤਿਗੁਰੂ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਨਾ ਜੀ, ਇਸ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲਈਏ, ਗੁਰੂ ਦੀ ਅਸੀਸ ਲਈਏ। ਤੇ ਪਹਿਲਾ ਪ੍ਰਕਾਸ਼ ਕਦੋਂ ਹੋਇਆ, ਕਿਸ ਜਗ੍ਹਾ ਤੇ ਹੋਇਆ, ਕਿਵੇਂ ਹੋਇਆ, ਉਹ ਕਿਹੜੀਆਂ ਕਿਹੜੀਆਂ ਸ਼ਖਸੀਅਤਾਂ ਸਨ ਜਿਨ੍ਹਾਂ ਨੇ ਇਸ ਦੇ ਵਿੱਚ ਬਹੁਤ ਵੱਡਾ ਮਹਾਨ ਯੋਗਦਾਨ ਪਾਇਆ। ਸ਼ੁਰੂਆਤ ਆਪਾਂ ਕਰਾਂਗੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਪ੍ਰਥਮ ਸਤਿਗੁਰੂ, ਜਿਨ੍ਹਾਂ ਨੇ ਸਿੱਖੀ ਦੇ ਮਹੱਲ ਦੀ ਨੀਂਹ ਰੱਖੀ। ਪਹਿਲੇ ਗੁਰੂ ਸਾਹਿਬਾਨ, ਉਹਨਾਂ ਦਾ ਬੜਾ ਪਿਆਰਾ ਬਚਨ ਇਤਿਹਾਸਕਾਰਾਂ ਨੇ ਲਿਖਿਆ ਕਿ ਉਹਨਾਂ ਦਾ ਪਿਆਰ ਵਾਲਾ ਸਾਥੀ ਭਾਈ ਮਰਦਾਨਾ ਜੀ, ਇੱਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ। ਤੇ ਭਾਈ ਮਰਦਾਨੇ ਨੂੰ ਆਖ ਦਿੰਦੇ ਨੇ, ਮਰਦਾਨਿਆ ਰਬਾਬ ਵਜਾ, ਰਬਾਬ ਛੇੜ। ਤੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ ਤੇ ਗੁਰੂ ਬਾਬਾ ਜੀ ਇਲਾਹੀ ਬਾਣੀ ਉਚਾਰਨ ਕਰਦੇ ਨੇ। ਕਿਹੜੀ ਬਾਣੀ? ਉਹ ਬਾਣੀ ਜਦੋਂ ਸਤਿਗੁਰੂ ਸਾਹਿਬ ਜੀ ਭਾਈ ਲਾਲੋ ਜੀ ਦੇ ਘਰ ਗਏ ਨਾ ਜੀ, ਮੈਂ ਕਹਿੰਦਾ ਸਦਕੇ ਜਾਈਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਸੀਂ ਆਪ ਚੱਲ ਕੇ ਆਪਣੇ ਸਿੱਖਾਂ ਨੂੰ, ਆਪਣੇ ਪਿਆਰ ਵਾਲਿਆਂ ਨੂੰ ਨਿਵਾਜਦੇ ਹੋ।
ਲੋਕ ਗੁਰੂ ਗੁਰੂ ਕਰਦੇ ਨੇ, ਲੋਕ ਗੁਰੂ ਦਾ ਧਿਆਨ ਧਰਦੇ ਨੇ, ਲੋਕ ਗੁਰੂ ਦੇ ਦਰਸ਼ਨਾਂ ਨੂੰ ਜਾਂਦੇ ਨੇ, ਪਰ ਉਹ ਕਿੱਡਾ ਵਡਭਾਗੀ ਮਨੁੱਖ ਹੋਵੇਗਾ, ਉਹ ਕਿੱਡਾ ਵੱਡਾ ਮਹਾਂਪੁਰਖ ਹੋਵੇਗਾ, ਉਸ ਦਾ ਜੀਵਨ ਕਿੰਨਾ ਕੁ ਧਨ ਹੋਵੇਗਾ, ਉਸ ਦੀ ਕਿਰਤ ਕਮਾਈ ਕਿੰਨੀ ਕੁ ਧਨ ਹੋਵੇਗੀ, ਉਸ ਦੀ ਨੀਅਤ ਕਿੰਨੀ ਕੁ ਚੰਗੀ ਹੋਵੇਗੀ, ਉਸ ਦਾ ਜੀਵਨ ਕਿੰਨਾ ਉੱਚਾ ਤੇ ਸੁੱਚਾ ਹੋਵੇਗਾ, ਵੀ ਜਿਸ ਦੇ ਘਰ ਗੁਰੂ ਸਾਹਿਬ ਜੀ ਆਪ ਚੱਲ ਕੇ ਗਏ। ਤੇ ਉਹ ਗੁਰਸਿੱਖ ਹੈ ਜੀ ਭਾਈ ਲਾਲੋ ਜੀ। ਤੇ ਭਾਈ ਲਾਲੋ ਜੀ ਦਾ ਜਾ ਕੇ ਗੁਰੂ ਸਾਹਿਬ ਜੀ ਦਰਵਾਜ਼ਾ ਖੜਕਾਉਂਦੇ ਨੇ। ਸਦਕੇ ਜਾਈਏ ਸਤਿਗੁਰੂ, ਆਪ ਭਾਈ ਲਾਲੋ ਜੀ ਦੇ ਦਰ ਤੇ ਚਲੇ ਗਏ, ਦਰਵਾਜ਼ੇ ਤੇ ਜਾ ਕੇ ਦਰਵਾਜ਼ਾ ਖੜਕਾਇਆ ਤੇ ਭਾਈ ਲਾਲੋ ਜੀ ਅੰਦਰੋਂ ਆਵਾਜ਼ ਦਿੰਦੇ ਨੇ, ਦਰਵਾਜ਼ਾ ਖੋਲ੍ਹਦੇ ਨੇ, ਪੇ ਕੌਣ? ਤੇ ਸਾਹਿਬ ਜੀ ਕਹਿਣ ਲੱਗੇ ਮੁਸਾਫਰ ਹਾਂ। ਤੇ ਜਦੋਂ ਇਸ ਤਰ੍ਹਾਂ ਸਤਿਗੁਰੂ ਜੀ ਨੇ ਕਿਹਾ ਨਾ ਮੁਸਾਫਰ ਹਾਂ, ਤੇ ਭਾਈ ਲਾਲੋ ਜੀ ਕਹਿਣ ਲੱਗੇ ਬਾਬਾ ਸਾਰਾ ਸੰਸਾਰ ਹੀ ਮੁਸਾਫਰ ਹੈ, ਲਾਲੋ ਤੇਰੇ ਘਰ ਅਸੀਂ ਕੁਝ ਰੁਕਣਾ ਚਾਹੁੰਦੇ ਹਾਂ, ਠਹਿਰਨਾ ਚਾਹੁੰਦੇ ਹਾਂ। ਤੇ ਕਹਿੰਦੇ ਨੇ ਭਾਈ ਲਾਲੋ ਜੀ ਨੇ ਜਦੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ, ਦੀਦਾਰ ਕੀਤੇ, ਗਦਗਦ ਹੋ ਗਿਆ, ਰੱਬੀ ਚਿਹਰਾ, ਨੂਰੋ ਨੂਰ ਚਿਹਰਾ ਸਤਿਗੁਰੂ ਸਾਹਿਬ ਜੀ ਦਾ, ਤੇ ਗਦਗਦ ਹੋ ਗਿਆ। ਤੇ ਜਦੋਂ ਫਿਰ ਸ਼ਾਮ ਪਈ ਨਾ ਜੀ, ਦੀਵਾਨ ਸਜਿਆ, ਗੁਰੂ ਦੀ ਬਾਣੀ, ਗੁਰੂ ਦੇ ਬਚਨ ਦੁਹਰਾਏ ਗਏ। ਤੇ ਭਾਈ ਲਾਲੋ ਜੀ ਕਹਿਣ ਲੱਗੇ ਸਤਿਗੁਰੂ ਬਾਬਾ ਤੇਰੇ ਬੋਲ ਬੜੇ ਮਿੱਠੇ ਨੇ, ਤੇਰੇ ਆ ਬਚਨ ਬੜੇ ਮਿੱਠੇ ਨੇ। ਤੇ ਗੁਰੂ ਬਾਬਾ ਜੀ ਕਹਿਣ ਲੱਗੇ ਨਹੀਂ ਲਾਲੋ, ਇਹ ਬੋਲ ਮੇਰੇ ਨਹੀਂ, ਇਹ ਬਚਨ ਮੇਰੇ ਨਹੀਂ। ਤੇ ਕੀ ਬਚਨ ਕੀਤੇ? ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਲਾਲੋ ਇਹ ਬੋਲ ਮੇਰੇ ਨਹੀਂ। ਲਾਲੋ ਬੜਾ ਵਡਭਾਗੀ ਸਿੱਖ ਹੈ, ਜਿਸ ਦਾ ਇੱਕ ਵਾਰੀ ਨਹੀਂ ਕਈ ਵਾਰੀ ਨਾਮ ਇੱਕੋ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਚਾਰਨ ਕਰ ਦਿੱਤਾ। ਤੇ ਭਾਈ ਲਾਲੋ ਜੀ ਨੂੰ ਕਹਿੰਦੇ ਨੇ ਵੀ ਇਹ ਬੋਲ ਮੇਰੇ ਨਹੀਂ। ਗੁਰੂ ਬਾਬਾ ਜੀ ਦੇ ਹੋਰ ਬਚਨ ਨੇ, ਤਾਂ ਮੈਂ ਕਹਿਆ ਕਹਿਣ ਜਾਂ ਤੁਝੈ ਕਹਾਇਆ। ਮਾਲਕਾ ਮੇਰਾ ਆਪਣਾ ਤੇ ਕੋਈ ਵੀ ਬੋਲ ਨਹੀਂ, ਮੈਂ ਤੇ ਤੇਰੇ ਹੁਕਮ ਦੇ ਵਿੱਚ ਜੋ ਤੂੰ ਹੁਕਮ ਕਰ ਰਿਹਾ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਇਹ ਜਿਹੜੀ ਬਾਣੀ ਹੈ ਨਾ ਜੀ, ਇਹ ਨਾਲ ਨਾਲ ਸਤਿਗੁਰੂ ਜੀ ਬਾਣੀ ਲਿਖਵਾਉਂਦੇ ਰਹੇ। ਇਸ ਗੱਲ ਦਾ ਇਹਨਾਂ ਪੰਕਤੀਆਂ ਤੋਂ ਪਤਾ ਲੱਗਦਾ ਹੈ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਵੀ ਬਾਬਾ ਆ ਜਿਹੜੀ ਤੇਰੇ ਕੋਲ ਕਿਤਾਬ ਹੈ, ਜਿਹੜੀ ਤੇਰੇ ਕੋਲ ਪੋਥੀ ਹੈ ਭਾਵ, ਇਸ ਨੂੰ ਖੋਲ ਕੇ ਦੱਸ ਪਏ ਇਹਦੇ ਮੁਤਾਬਕ ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ। ਗੁਰੂ ਬਾਬਾ ਜੀ ਨੇ ਝਗੜਾ ਹੀ ਨਿਬੇੜ ਦਿੱਤਾ, ਫੈਸਲਾ ਕਰ ਦਿੱਤਾ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਨਾ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ। ਗੁਰੂ ਬਾਬਾ ਜੀ ਦੇ ਜਦੋਂ ਬਚਨ ਪੜ੍ਹਨੇ ਆ ਨਾ ਜੀ ਜਪਜੀ ਸਾਹਿਬ ਦੇ ਵਿੱਚ, ਤੇ ਗੁਰੂ ਬਾਬਾ ਜੀ ਬਚਨ ਕਰਦੇ ਨੇ, ਨਾਨਕ ਉੱਤਮ ਨੀਚ ਨਾ ਕੋਏ। ਕਈ ਵਾਰੀ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਨਾ, ਅਸੀਂ ਇੰਜ ਕਰ ਜਾਂਦੇ ਹਾਂ, ਨਾਨਕ ਉੱਤਮ ਨੀਚ ਨਾ ਕੋਏ। ਨਹੀਂ, ਗੁਰਬਾਣੀ ਦਾ ਸਹੀ ਉਚਾਰਨ ਹੈ ਨਾਨਕ। ਥੋੜ੍ਹਾ ਜਿਹਾ ਰੁਕਣਾ, ਇੱਥੇ ਵਿਸ਼ਰਾਮ ਦੇਣਾ। ਨਾਨਕ ਉੱਤਮ ਨੀਚ ਨਾ ਕੋਏ। ਇਹ ਨਹੀਂ ਕਿ ਕੋਈ ਉੱਤਮ ਬਣ ਗਿਆ ਕੋਈ ਨੀਚ ਬਣ ਗਿਆ, ਮਨੁੱਖ ਤੇ ਸਾਰੇ ਇੱਕ ਜੈਸੇ ਨੇ। ਤੇ ਉਸ ਵੇਲੇ ਸਾਧ ਸੰਗਤ ਜੀ ਗੁਰੂ ਬਾਬਾ ਜੀ ਨੇ ਉਹ ਜਿਹੜੀ ਬਾਣੀ ਆਂਦੀ ਸੀ ਸਤਿਗੁਰੂ ਜੀ ਨੇ ਨਾਲ ਨਾਲ ਲਿਖਵਾਉਂਦੇ ਰਹੇ, ਆਸਾ ਹੱਥ ਕਿਤਾਬ ਕਛ। ਇਹ ਭਾਈ ਗੁਰਦਾਸ ਜੀ ਦੀ ਬਾਣੀ ਕਿ ਸਤਿਗੁਰੂ ਜੀ ਆਪਣੇ ਕੋਲ ਇੱਕ ਪੋਥੀ ਸਾਹਿਬ ਰੱਖਦੇ ਸਨ, ਕਿਤਾਬ ਰੱਖਦੇ ਸਨ। ਇਸੇ ਕਰਕੇ ਕਿਹਾ ਵੀ ਇਹਨੂੰ ਖੋਲ ਕੇ ਦੱਸ ਬਾਬਾ, ਭਾਵ ਕਿ ਇੱਕ ਗ੍ਰੰਥ ਰੂਪ ਵਿੱਚ, ਇੱਕ ਪੋਥੀ ਰੂਪ ਦੇ ਵਿੱਚ ਬਾਣੀ ਲਿਖਵਾ ਰਹੇ ਸਨ ਮਹਾਰਾਜ ਜੀ। ਵੀ ਇਹਦੇ ਮੁਤਾਬਕ ਕੌਣ ਵੱਡਾ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਸਿੱਧਾ ਨੇ ਸਵਾਲ ਕੀਤਾ ਨਾ, ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ।
ਜਦੋਂ ਗੁਰੂ ਬਾਬਾ ਜੀ ਦੀਆਂ ਗਿਆਨ ਦੀਆਂ ਗੱਲਾਂ ਸੁਣੀਆਂ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਸਿੱਧ ਪੁੱਛਦੇ ਨੇ, ਬਾਬਾ ਪੇ ਇਹ ਦੱਸ ਤੇਰਾ ਗੁਰੂ ਕਿਹੜਾ ਹੈ, ਤੂੰ ਚੇਲਾ ਕਿਸ ਦਾ ਹੈ? ਤੇ ਅੱਜ ਸਾਨੂੰ ਵੀ ਜੇ ਕੋਈ ਪੁੱਛੇ ਨਾ ਪੇ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕਿਹੜਾ ਹੈ, ਤੇ ਅਸੀਂ ਇੱਕ ਸੋਚ ਦੇ ਵਿੱਚ ਪੈ ਜਾਂਦੇ ਹਾਂ, ਇੱਕ ਵਿਚਾਰ ਜੀ ਵਿੱਚ ਪੈ ਜਾਂਦੇ ਹਾਂ ਵੀ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕਿਹੜਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਸ ਨੂੰ ਗੁਰੂ ਧਾਰਨ ਕੀਤਾ? ਸਾਨੂੰ ਇਹ ਤੇ ਪਤਾ ਹੈ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਗੁਰੂ ਗੁਰੂ ਨਾਨਕ ਹੈ। ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੋਲੋਂ ਇਹ ਦਾਤ ਪ੍ਰਾਪਤ ਕੀਤੀ। ਪਰ ਸਵਾਲ ਇਹ ਉੱਠਦਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਸ ਦੇ ਕੋਲੋਂ ਇਹ ਦਾਤ ਲਈ? ਗੁਰੂ ਨਾਨਕ ਦਾ ਗੁਰੂ ਕਿਹੜਾ ਸੀ? ਤਾਂ ਸਤਿਗੁਰੂ ਸਾਹਿਬ ਜੀ ਆਪ ਬਾਣੀ ਦੇ ਵਿੱਚ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਗੁਰੂ ਕਿਹੜਾ ਸ਼ਬਦ ਹੈ ਜੀ? ਉਹ ਜਿਹੜਾ ਧੁਰ ਦਰਗਾਹੋਂ ਇਲਾਹੀ ਬਾਣੀ ਜਿਹੜੀ ਗੁਰੂ ਬਾਬਾ ਜੀ ਨੇ ਸ਼ੁਰੂਆਤ ਕੀਤੀ, ਇੱਕ ਓੰਕਾਰ। ਸਤਿਗੁਰੂ ਸਾਹਿਬ ਜੀ ਨੇ ਏਕਾ ਜਿਹੜਾ ਨਾ ਜੀ, ਉਹ ਈੜੀ ਨੂੰ ਸਿਹਾਰੀ ਕੱਕਾ ਇੱਕ ਨਹੀਂ ਲਿਖਿਆ, ਜਾਂ ਈੜੀ ਨੂੰ ਸਿਹਾਰੀ ਕੱਕੇ ਨੂੰ ਔਂਕੜ ਇੱਕ ਨਹੀਂ ਲਿਖਿਆ, ਜਾਂ ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਇੱਕ ਨਹੀਂ ਲਿਖਿਆ। ਗੁਰੂ ਸਾਹਿਬ ਜੀ ਨੇ ਇੱਕ ਜਿਹੜਾ ਲਿਖਿਆ ਨਾ, ਉਹ ਗਿਣਤੀ ਵਾਲਾ ਮੈਥ ਵਾਲਾ ਇੱਕ ਲਿਖਿਆ, ਜਿਸ ਨੂੰ ਸਾਧ ਸੰਗਤ ਜੀ ਓਨਲੀ ਵਨ ਕਿਹਾ ਜਾ ਸਕਦਾ। ਕਿਉਂਕਿ ਜੇ ਈੜੀ ਨੂੰ ਸਿਹਾਰੀ ਕੱਕਾ ਇੱਕ ਲਿਖਦੇ ਤਾਂ ਅੱਜ ਦੇ ਵਿਦਵਾਨਾਂ ਨੇ ਕਈ ਅਰਥ ਕੱਢ ਲੈਣੇ ਸਨ। ਇਸ ਕਰਕੇ ਗੁਰੂ ਸਾਹਿਬ ਜੀ ਨੇ ਏਕਾ ਜਿਹੜਾ ਪਾਇਆ ਉਹ ਹਿਸਾਬ ਵਾਲਾ ਪਾਇਆ, ਗਿਣਤੀ ਵਾਲਾ ਪਾਇਆ, ਤੇ ਜਿਸ ਨੂੰ ਇੱਕ ਹੀ ਕੇਵਲ ਇੱਕ, ਉਹ ਇੱਕ ਨੂੰ ਜਿਹੜਾ ਇੱਕ ਤੋਂ ਇਲਾਹੀ ਬਾਣੀ ਆਈ, ਸਾਹਿਬ ਜੀ ਕਹਿਣ ਲੱਗੇ ਵੀ ਉਹ ਸਾਡਾ ਗੁਰੂ ਹੈ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜੀ ਬੜੀ ਘਾਲਣਾ ਘਾਲੀ। ਇੱਕ ਵਿਦਵਾਨ ਸੱਜਣ ਕਥਾ ਕਰ ਰਹੇ ਸਨ ਤੇ ਬੜਾ ਪਿਆਰਾ ਬਚਨ ਉਹਨਾਂ ਨੇ ਕੀਤਾ। ਕਹਿਣ ਲੱਗੇ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਮੇਂ ਜਦੋਂ ਅੱਜ ਵਰਗੇ ਸਾਧਨ ਨਹੀਂ ਸਨ, ਸੌਖਾ ਸਾਧ ਸੰਗਤ ਜੀ ਆ ਪੇਪਰ ਵੀ ਨਹੀਂ ਸੀ ਮਿਲਦਾ, ਕਾਪੀਆਂ ਵੀ ਨਹੀਂ ਸਨ ਮਿਲਦੀਆਂ, ਲਿਖਣ ਦੇ ਵੀ ਸਾਧਨ ਨਹੀਂ ਸਨ। ਤੁਸੀਂ ਆਪ ਦੇਖਿਆ ਹੋਣਾ, ਜਿਹੜੇ ਮੇਰੇ ਹਾਣ ਦੀ ਉਮਰ ਦੇ ਨੇ, ਅੱਜ ਤੋਂ 50 ਕੁ ਸਾਲ ਪਿੱਛੇ ਤੇ ਚਲੇ ਜਾਈਏ ਤੇ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਸਾਂ ਤਾਂ ਫੱਟੀਆਂ ਤੇ ਲਿਖਿਆ ਜਾਂਦਾ ਸੀ, ਫਿਰ ਉਹਨਾਂ ਨੂੰ ਪੋਚ ਦੇਣਾ, ਫਿਰ ਦੁਬਾਰਾ ਉਹਨਾਂ ਤੇ ਲਿਖਣਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਕਿੱਡੀ ਵੱਡੀ ਇਹ ਘਾਲਣਾ ਘਾਲੀ ਵੀ ਜਿਹੜੀ ਇਲਾਹੀ ਬਾਣੀ ਆਂਦੀ ਰਹੀ ਉਸ ਨੂੰ ਨਾਲ ਨਾਲ ਲਿਖਵਾਉਂਦੇ ਰਹੇ ਮੇਰੇ ਸਤਿਗੁਰੂ। ਤੇ ਇਹ ਮਹਾਨ ਸੇਵਾ ਕਰਦਿਆਂ ਕਰਦਿਆਂ, ਜਗਤ ਦੀ ਫੇਰੀ ਲਾਂਦਿਆਂ ਲਾਂਦਿਆਂ, ਜਿਹੜੇ 15 ਭਗਤਾਂ ਦੀ ਬਾਣੀ ਹੈ ਨਾ, ਜਿਨ੍ਹਾਂ ਵਿੱਚੋਂ ਭਗਤ ਕਬੀਰ ਸਾਹਿਬ ਜੀ, ਬਾਬਾ ਰਵਿਦਾਸ ਜੀ, ਭਗਤ ਨਾਮਦੇਵ ਜੀ, ਜੈਦੇਵ ਜੀ, ਬਾਬਾ ਫਰੀਦ ਸਾਹਿਬ ਜੀ, ਭਗਤ ਸੂਰਦਾਸ ਜੀ, ਭਗਤ ਪਰਮਾਨੰਦ ਜੀ, ਭਗਤ ਧੰਨਾ ਜੀ, ਭਗਤ ਭੀਖਣ ਜੀ, ਇਹ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ। ਸਤਿਗੁਰੂ ਜੀ ਜਿੱਥੇ ਜਿੱਥੇ ਇਹਨਾਂ ਦੇ ਗੱਦੀ ਨਸ਼ੀਨ ਬੈਠੇ ਸਨ, ਸਾਹਿਬ ਜੀ ਉੱਥੇ ਉੱਥੇ ਗਏ ਤੇ ਉਹਨਾਂ ਦੀ ਬਾਣੀ ਨੂੰ ਇਕੱਤਰ ਕੀਤਾ। ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਨ ਤੋਂ ਪਹਿਲਾਂ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਤਖਤ ਤੇ ਬੈਠਦੇ ਨੇ ਤੇ ਜਿੱਥੇ ਗੁਰਿਆਈ ਦਿੱਤੀ, ਜਿੱਥੇ ਗੁਰਤਾ ਗੱਦੀ ਦਿੱਤੀ, ਉੱਥੇ ਨਾਲ ਬਾਣੀ ਦਾ ਖਜ਼ਾਨਾ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਦੇ ਦਿੱਤਾ। ਨਾਨਕ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਬਚਨ ਲਿਖਦੇ ਨੇ, ਤਿਤ ਮਹਿਲ ਜੋ ਸ਼ਬਦ ਹੋਵਾ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ। ਸੋ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਣੀ, 15 ਭਗਤਾਂ ਦੀ ਬਾਣੀ, ਇਹ ਸਾਰਾ ਬਾਣੀ ਦਾ ਖਜ਼ਾਨਾ ਆ ਗਿਆ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੋਲ, ਦੂਸਰੇ ਪਾਤਸ਼ਾਹ ਕੋਲ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤਖਤ ਤੇ ਬੈਠਦੇ ਨੇ, ਗੁਰਿਆਈ ਤੇ ਬੈਠਦੇ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਕੋਈ ਲੰਬੇਰੀ ਬਾਣੀ ਉਚਾਰਨ ਕੀਤੀ ਹੋਈ ਨਹੀਂ। ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਜਪਜੀ ਸਾਹਿਬ ਹੈ, ਜਪ ਸਾਹਿਬ ਹੈ, ਆਸਾ ਦੀ ਵਾਰ ਹੈ, ਸਿੱਧ ਗੋਸ਼ਟ ਹੈ,
ਇੱਦਾਂ ਦੀ ਕੋਈ ਲੰਬੇਰੀ ਬਾਣੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਚਾਰਨ ਨਹੀਂ ਕੀਤੀ। ਕੇਵਲ ਗਿਣਤੀ ਦੇ 68 ਸ਼ਲੋਕ ਹਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ, ਜਿਹੜੇ ਵਾਰਾਂ ਦੇ ਵਿੱਚ ਦਰਜ ਨੇ। ਸੋ ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ ਤੱਕ ਇਹ ਖਜ਼ਾਨਾ ਆਇਆ, ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪਣੇ ਤੋਂ ਬਾਅਦ ਵਿੱਚ ਜੋਤੀ ਜੋਤ ਸਮਾਨ ਤੋਂ ਪਹਿਲਾਂ ਗੁਰਤਾ ਗੱਦੀ ਜਦੋਂ ਬਖਸ਼ਿਸ਼ ਕੀਤੀ, ਇਹ ਸਾਰਾ ਬਾਣੀ ਦਾ ਖਜ਼ਾਨਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਣੀ, 15 ਭਗਤਾਂ ਦੀ ਬਾਣੀ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਆਪਣੇ ਉਚਾਰਨ ਕੀਤੇ ਹੋਏ ਸ਼ਲੋਕ 68 ਸ਼ਲੋਕ, ਇਹ ਸਾਰਾ ਖਜ਼ਾਨਾ ਆ ਗਿਆ ਜੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਕੋਲ। ਗੁਰੂ ਅਮਰਦਾਸ ਜੀ ਮਹਾਰਾਜ ਤਖਤ ਤੇ ਬਿਰਾਜਮਾਨ ਨੇ। ਤੇ ਆਓ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ, ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਤਿਗੁਰੂ ਸਾਹਿਬ ਜੀ ਨੇ ਬਹੁਤ ਸਾਰੀ ਬਾਣੀ ਉਚਾਰਨ ਕੀਤੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਿਹੜੇ ਰਾਗ ਉਚਾਰਨ ਕੀਤੇ, ਉਹਨਾਂ ਦੇ ਵਿੱਚ ਹੋਰ ਵਾਧਾ ਕੀਤਾ ਗੁਰੂ ਅਮਰਦਾਸ ਜੀ ਮਹਾਰਾਜ ਨੇ। ਤੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ ਦੇ ਵਿੱਚੋਂ ਸਤਿਗੁਰੂ ਸਾਹਿਬ ਜੀ ਦੀ ਇੱਕ ਬਾਣੀ ਜਿਹੜੀ ਗੁਰਸਿੱਖ ਰੋਜ਼ ਪੜ੍ਹਦਾ, ਜਿਸ ਦਾ ਗੁਰੂ ਦਾ ਪਿਆਰ ਵਾਲਾ ਸਿੱਖ ਰੋਜ਼ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਆਨੰਦ ਸਾਹਿਬ ਪੜ੍ਹਿਆ ਜਾਂਦਾ ਜੀ। ਸੋਦਰ ਰਹਿ ਰਸ ਦਾ ਪਾਠ ਜਦੋਂ ਸ਼ਾਮ ਨੂੰ ਕਰੋ, ਸੋਦਰ ਰਹਿ ਰਸ ਸਾਹਿਬ ਜੀ ਦੇ ਪਾਠ ਦੇ ਵਿੱਚ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਪਾਠ ਕੀਤਾ ਜਾਂਦਾ ਹੈ। ਸਾਡਾ ਕੋਈ ਵੀ ਸਮਾਗਮ ਹੋਵੇ, ਆਨੰਦ ਸਾਹਿਬ ਪੜ੍ਹ ਕੇ ਸੰਪੂਰਨਤਾ ਹੁੰਦੀ ਹੈ। ਜਦੋਂ ਅੰਮ੍ਰਿਤ ਸੰਚਾਰ ਹੁੰਦਾ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ ਹੈ, ਉਦੋਂ ਵੀ ਗੁਰੂ ਪਿਆਰਿਓ ਆਨੰਦ ਸਾਹਿਬ ਜੀ ਦਾ ਵਿੱਚ ਜਾਪ ਕੀਤਾ ਜਾਂਦਾ 5 ਬਾਣੀਆਂ ਦੇ ਵਿੱਚ। ਤੇ ਸਤਿਗੁਰੂ ਸਾਹਿਬ ਜੀ ਨੇ ਸਭ ਤੋਂ ਅਖੀਰਲੀ ਮੰਜ਼ਿਲ ਜਿਹੜੀ ਆ ਉਹ ਸਿੱਖ ਦੀ ਆਨੰਦ ਦੀ ਰੱਖ ਦਿੱਤੀ। ਇਹ ਆਨੰਦ ਸਾਹਿਬ ਜੀ ਦੀ ਬਾਣੀ, ਜਿਸ ਦੇ ਵਿੱਚ ਮੇਰੇ ਸਤਿਗੁਰੂ ਸਾਹਿਬ ਜੀ ਨੇ ਸ਼ੁਰੂਆਤ ਇਹਨਾਂ ਬਚਨਾਂ ਦੇ ਨਾਲ ਕੀਤੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਹਿਲਾ ਬਚਨ ਹੈ ਗੁਰੂ ਸਾਹਿਬ ਜੀ ਦਾ ਇਸ ਬਾਣੀ ਵਿੱਚ, ਆਨੰਦ ਪਿਹਾ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਧਾਈਆਂ। ਇਹ ਆਨੰਦ ਸਾਹਿਬ ਜੀ ਦੀ ਬਾਣੀ ਹੈ। ਤੇ ਗੁਰੂ ਅਮਰਦਾਸ ਜੀ ਮਹਾਰਾਜ ਇਸ ਬਾਣੀ ਦੇ ਵਿੱਚ ਫਰਮਾਨ ਕਰ ਰਹੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਤੇ ਸਤਿਗੁਰੂ ਸਾਹਿਬ ਜੀ ਨੇ ਸਿੱਖ ਨੂੰ ਹਦਾਇਤ ਕਰਦੇ ਹੋਏ ਕਿਹਾ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ, ਹੋਰ ਕੱਚੀ ਬਾਣੀ ਕਹਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ। ਸਾਹਿਬ ਜੀ ਨੇ ਸੱਚੀ ਬਾਣੀ ਦੇ ਨਾਲ ਜੋੜਿਆ, ਗੁਰਸਿੱਖਾ ਤੂੰ ਸੱਚੀ ਬਾਣੀ ਦੇ ਨਾਲ ਜੁੜਨਾ ਹੈ। ਸੋ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਬਾਅਦ ਵਿੱਚ ਇਹ ਸਾਰਾ ਬਾਣੀ ਦਾ ਖਜ਼ਾਨਾ, ਪਹਿਲੇ 3 ਗੁਰੂ ਸਾਹਿਬਾਨਾਂ ਦੀ ਬਾਣੀ ਹੋ ਗਈ ਜੀ, ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਮਰਦਾਸ ਜੀ। ਤੇ ਸਾਧ ਸੰਗਤ ਇਹ ਖਜ਼ਾਨਾ ਪਹਿਲੇ 3 ਗੁਰੂ ਸਾਹਿਬਾਨਾਂ ਦੀ ਬਾਣੀ ਦਾ ਖਜ਼ਾਨਾ ਆ ਗਿਆ ਗੁਰੂ ਰਾਮਦਾਸ ਜੀ ਮਹਾਰਾਜ ਦੇ ਕੋਲ। ਤੇ ਆਓ ਗੁਰੂ ਰਾਮਦਾਸ ਜੀ ਮਹਾਰਾਜ ਦਾ ਧਿਆਨ ਧਰੋ ਹਾਂ ਪਹਿਲਾਂ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਨਹਾਰੈ ਧਾਰਿਆ। ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤਖਤ ਤੇ ਬਿਰਾਜਮਾਨ ਹੋ ਗਏ। ਤੇ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਹੈ। ਗੁਰੂ ਰਾਮਦਾਸ ਜੀ ਮਹਾਰਾਜ ਨੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਟੋਟਲ 31 ਰਾਗ ਨੇ, ਤੇ 31 ਰਾਗਾਂ ਦੇ ਵਿੱਚੋਂ 30 ਰਾਗਾਂ ਦੇ ਵਿੱਚ ਬਾਣੀ ਗੁਰੂ ਰਾਮਦਾਸ ਜੀ, ਇੱਕ ਰਾਗ ਨੂੰ ਛੱਡ ਕੇ, ਰਾਗ ਜੈਜੈਵੰਤੀ ਨੂੰ ਛੱਡ ਕੇ
ਕਿਉਂਕਿ ਰਾਗ ਜਾਜਾਵੰਤੀ ਦੇ ਵਿੱਚ ਕੇਵਲ ਤਾਂ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ। ਰਾਗ ਜਾਜਾਵੰਤੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਗੁਰੂ ਸਾਹਿਬ ਜੀ ਦੀ ਬਾਣੀ ਨਹੀਂ, ਨਾ ਹੀ ਕਿਸੇ ਭਗਤ ਦੀ ਬਾਣੀ ਹੈ। ਸੋ ਉਸ ਰਾਗ ਨੂੰ ਛੱਡ ਕੇ, ਰਾਗ ਜਾਜਾਵੰਤੀ ਨੂੰ ਛੱਡ ਕੇ ਗੁਰੂ ਰਾਮਦਾਸ ਜੀ ਮਹਾਰਾਜ ਨੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ। ਕੌਣ ਜਾਣਦਾ ਸੀ ਕਿ ਭਾਈ ਜੇਠਾ, ਜਿਸ ਨੂੰ ਲੋਕ ਜਤੀਮ ਕਹਿੰਦੇ ਨੇ, ਜਿਸ ਨੂੰ ਵੇਖ ਕੇ ਲੋਕ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਲੈਂਦੇ ਸਨ, ਜਿਸ ਦੇ ਨਾਲ ਆਪਣੇ ਬੱਚਿਆਂ ਨੂੰ ਨਹੀਂ ਸਨ ਖੇਡਣ ਦਿੰਦੇ, ਤੇ ਇਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਬਣ ਗਏ। ਕਾਟੇ ਸੋ ਪਾਪ ਨਰ ਹੋ ਕੇ ਗੁਰੂ ਰਾਮਦਾਸ ਜਿਨ ਪਾਇਓ। 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਤੇ ਮੇਰੇ ਸਾਹਿਬ ਜੀ ਨੇ ਬਚਨ ਕੀਤੇ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ, ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਹੇ ਤੇਹਾ ਹੋਂ ਕਰੀ ਵਖਿਆਨ। ਤੇ ਸਾਹਿਬ ਜੀ ਨੇ ਕਿਹਾ ਬੋਲ ਮੇਰੇ ਨਹੀਂ, ਇਹ ਬਚਨ ਮੇਰੇ ਨਹੀਂ, ਇਹ ਬਚਨ ਜਿਹੜੇ ਨੇ ਉਸ ਪਰਮਾਤਮਾ ਦੇ ਨੇ, ਉਸ ਵਾਹਿਗੁਰੂ ਦੇ ਨੇ। ਹੁਣ ਚੌਥੇ ਪਾਤਸ਼ਾਹ ਜੀ ਤੋਂ ਬਾਅਦ ਵਿੱਚ ਜਦੋਂ ਚੌਥੇ ਪਾਤਸ਼ਾਹ ਜੀ ਜੋਤੀ ਜੋਤ ਸਮਾਨ ਲੱਗੇ, ਆਪਣੇ ਤੋਂ ਬਾਅਦ ਉਹਨਾਂ ਨੇ ਇਹ ਸਾਰਾ ਬਾਣੀ ਦਾ ਖਜ਼ਾਨਾ ਦੇ ਦਿੱਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ। ਗੁਰੂ ਅਰਜਨ ਦੇਵ ਜੀ ਮਹਾਰਾਜ, ਸਾਧ ਸੰਗਤ ਇਹਨਾਂ ਦਾ ਧਿਆਨ ਧਰੋ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਏ। ਗੁਰੂ ਅਰਜਨ ਦੇਵ ਜੀ ਮਹਾਰਾਜ ਤਖਤ ਤੇ ਬੈਠ ਗਏ ਨੇ, ਗੁਰਗੱਦੀ ਤੇ ਬੈਠ ਗਏ ਨੇ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਹੈ। ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਬਚਪਨ ਦੇ ਵਿੱਚ ਹੀ ਇਹ ਵਰ ਮਿਲ ਗਿਆ ਸੀ। ਨਾਨਾ ਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿ ਦਿੱਤਾ ਸੀ, ਦੋਹੇ ਥਾ ਬਾਣੀ ਕਾ ਬੋਹਿ ਥਾ, ਤੇ ਇਹ ਸਾਡਾ ਜਿਹੜਾ ਦੋਤਰਾ ਹੈ ਇਹ ਬਾਣੀ ਦਾ ਜਹਾਜ਼ ਹੋਵੇਗਾ, ਭਾਵ ਕਿ ਬਾਣੀ ਰਚੇਗਾ। ਤੇ ਬੜੇ ਵਿਚਿੱਤਰ ਬਚਨ ਕਹੇ ਸਨ ਬਚਪਨ ਦੇ ਵਿੱਚ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਸੋ ਸਾਧ ਸੰਗਤ ਜੀ, ਗੁਰਬਾਣੀ ਦੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕੋਈ ਗਿਣਤੀ ਮਿੰਤੀ ਨਹੀਂ, ਕੋਈ ਭਾਗ ਨਹੀਂ। ਮਹਾਰਾਜ ਨੂੰ ਵੰਡਿਆ ਨਹੀਂ ਜਾ ਸਕਦਾ ਪੇ ਮਹਾਰਾਜ ਦਾ ਇੱਥੇ ਮੱਧ ਆ ਗਿਆ, ਪੇ ਇੱਥੇ ਮਹਾਰਾਜ ਦਾ ਅੱਧ ਆ ਗਿਆ, ਨਹੀਂ, ਗੁਰਬਾਣੀ ਦਾ ਮੱਧ ਨਹੀਂ ਹੈ। ਗੁਰਬਾਣੀ ਨਿਰੰਤਰ ਹੈ, ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ 5894 ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ। ਤੇ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ, ਪਹਿਲੇ 5 ਗੁਰੂ ਸਾਹਿਬਾਨ ਅਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, 15 ਭਗਤਾਂ ਦੀ ਬਾਣੀ, 11 ਭੱਟਾਂ ਦੀ ਬਾਣੀ, 11 ਭੱਟ ਸਾਹਿਬਾਨ ਹਨ ਤੇ 4 ਗੁਰਸਿੱਖਾਂ ਦੀ ਬਾਣੀ। ਟੋਟਲ ਮਿਲਾ ਕੇ 36 ਮਹਾਂਪੁਰਖ ਬਣਦੇ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਸਾਰੀ ਬਾਣੀ ਉਚਾਰਨ ਕੀਤੀ। ਤਕਰੀਬਨ 2200 ਤੋਂ ਜ਼ਿਆਦਾ ਸ਼ਬਦ ਜਿਹੜੇ ਨੇ ਉਹ ਕੱਲਿਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ। ਮੈਂ ਬੇਨਤੀ ਪਹਿਲਾਂ ਕਰ ਬੈਠਾ ਵਾਂ ਤੇ ਬਾਣੀ ਦਾ ਮੱਧ ਨਹੀਂ, ਕੋਈ ਹਿਸਾਬ ਕਿਤਾਬ ਨਹੀਂ, ਪਰ ਜੇ ਅੱਧੇ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਕਹਿ ਲਈਏ ਨਾ, ਉਹ ਕੱਲਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ, ਉਹਨਾਂ ਦੀ ਬਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ। ਬਹੁਤ ਲੰਬੀਆਂ ਲੰਬੇਰੀਆਂ ਬਾਣੀਆਂ ਵੀ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ। ਤੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਬਾਣੀਆਂ ਦੇ ਨਾਲ ਆਪਾਂ ਜੁੜਦੇ ਹਾਂ ਨਾ, ਇੱਕ ਵੱਖਰਾ ਆਨੰਦ, ਸਾਰਾ ਗੁਰਬਾਣੀ ਦਾ ਸਾਰੀ ਦਾ ਆਨੰਦ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਬਾਣੀਆਂ ਉਚਾਰਨ ਕੀਤੀਆਂ। ਤੇ ਇੱਕ ਦਿਨ ਦਾ ਜ਼ਿਕਰ ਹੈ ਜੀ, ਦੀਵਾਨ ਸਜਿਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਤਖਤ ਤੇ ਬੈਠੇ ਨੇ, ਸੰਗਤਾਂ ਬੈਠੀਆਂ ਹੋਈਆਂ ਨੇ, ਸੰਗਤਾਂ ਸੱਜ ਬੈਠੀਆਂ ਨੇ, ਜਿਵੇਂ ਗੁਰਦੁਆਰਿਆਂ ਦੇ ਵਿੱਚ ਸੰਗਤਾਂ ਬੈਠਦੀਆਂ ਨੇ। ਤੇ ਸਾਧ ਸੰਗਤ ਜਿਹੜੇ ਕੀਰਤਨੀਏ ਸਨ, ਜਿਹੜੇ ਰਬਾਬੀ ਸਨ, ਉਹ ਜਦੋਂ ਕੀਰਤਨ ਕਰ ਰਹੇ ਸਨ ਜੀ, ਉਹਨਾਂ ਨੇ ਇੱਕ ਸ਼ਬਦ ਕੱਚੀ ਬਾਣੀ ਦਾ ਪੜ੍ਹ ਦਿੱਤਾ, ਜਿਹੜਾ ਸ਼ਬਦ ਗੁਰਬਾਣੀ ਦਾ ਨਹੀਂ ਸੀ। ਤੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਸ਼ਬਦ ਸੁਣਿਆ, ਕਿਉਂਕਿ ਮਿਹਰਬਾਨ ਪੁੱਤਰ ਪਿਰਥੀ ਦਾ ਕਵਿਤਾ ਰਚੈ, ਹਿੰਦੀ, ਗੁਰਮੁਖੀ, ਫਾਰਸੀ
ਸਾਰੀ ਪੜ੍ਹੈ ਤੇ ਭੋਗ ਨਾਨਕ ਤੇ ਪਾਵੈ। ਤੇ ਬਾਅਦ ਵਿੱਚ ਉਸਨੇ ਕੀ ਕਰਨਾ ਜੀ, ਪ੍ਰਿਥੀਏ ਨੇ, ਮਿਹਰਵਾਨ ਨੇ, ਪ੍ਰਿਥੀਏ ਦੇ ਪੁੱਤਰ ਨੇ ਇੱਕ ਗ੍ਰੰਥ ਰਚ ਲਿਆ ਸੀ, ਮੀਨਿਆ ਦਾ ਗ੍ਰੰਥ, ਤੇ ਆਪਣੀ ਕਵਿਤਾ ਰਚ ਕੇ ਤੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਨਾਮ ਉਹ ਪਾ ਦਿੰਦਾ ਸੀ, ਭੋਗ ਗੁਰੂ ਨਾਨਕ ਸਾਹਿਬ ਤੇ ਪਾ ਦਿੰਦਾ ਸੀ। ਉਸ ਵੇਲੇ ਦੀਆਂ ਕੁਝ ਪੰਕਤੀਆਂ ਨੇ ਜਿਹੜੀਆਂ ਪ੍ਰਚਲਿਤ ਹੋ ਗਈਆਂ, ਜਿਵੇਂ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਗੁਰਬਾਣੀ ਦੀ ਪੰਕਤੀ ਨਹੀਂ। ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤੱਤੀ ਬਾਓ, ਇਹ ਵੀ ਗੁਰਬਾਣੀ ਦੀ ਪੰਕਤੀ ਨਹੀਂ, ਪਰ ਪ੍ਰਚਲਿਤ ਹੋ ਗਈਆਂ। ਅੱਜ ਵੀ ਤੁਸੀਂ ਦੇਖੋ, ਪੰਜਾਬ ਵਿੱਚ ਜਦੋਂ ਜਾਓ, ਇੰਡੀਆ ਦੇ ਵਿੱਚ ਜਦੋਂ ਜਾਓ, ਟਰੱਕਾਂ 'ਤੇ ਲਿਖਿਆ ਹੁੰਦਾ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਬੱਸਾਂ 'ਤੇ ਲਿਖਿਆ ਹੁੰਦਾ। ਜਦੋਂ ਸਤਿਗੁਰੂ ਸਾਹਿਬ ਜੀ ਦੇ ਕੰਨਾਂ ਦੇ ਵਿੱਚ ਇਹ ਸ਼ਬਦ ਪਿਆ ਨਾ ਕੱਚੀ ਬਾਣੀ ਦਾ, ਤੇ ਸਾਹਿਬ ਜੀ ਨੇ ਉਹਨਾਂ ਰਬਾਬੀਆਂ ਨੂੰ, ਕੀਰਤਨ ਕਰਨ ਵਾਲਿਆਂ ਨੂੰ ਰੋਕਿਆ, ਕਹਿਣ ਲੱਗੇ ਪਏ ਕੱਚੀ ਬਾਣੀ ਹੈ। ਤੇ ਸਿੱਖਾਂ ਨੇ ਕਿਹਾ, ਮਹਾਰਾਜ ਪੇ ਸਾਨੂੰ ਕਿਵੇਂ ਪਤਾ ਲੱਗੇਗਾ ਪਈ ਸੱਚੀ ਬਾਣੀ ਹੈ ਜਾਂ ਕੱਚੀ ਬਾਣੀ ਹੈ। ਤੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਨੇ ਪਾਉਂਦੇ ਨੇ ਰਲਾ ਸੋ ਵਿੱਚ ਰਲਾ ਨਾ ਤਰੀਏ। ਭਾਈ ਗੁਰਦਾਸ, ਇਹ ਮਹਾਨ ਕਾਰਜ ਕਰਨਾ ਪੈਣਾ ਕਿ ਜਿਹੜੀ ਗੁਰੂ ਦੀ ਬਾਣੀ ਹੈ, ਇਸ ਨੂੰ ਆਪਾਂ ਵੱਖਰੇ ਲਿਖਣਾ, ਇਕੱਠਿਆਂ ਕਰਨਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਬੜਾ ਵੱਡਾ ਪਰਉਪਕਾਰ ਕੀਤਾ ਸਾਡੇ ਤੇ, ਸੰਸਾਰ ਤੇ। ਤੇ ਜਿਹੜਾ ਰਾਮਸਰ ਸਾਹਿਬ ਜੀ ਦਾ ਪਾਵਨ ਅਸਥਾਨ ਹੈ ਨਾ ਜੀ, ਜਦੋਂ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਿੱਥੇ ਗੁਰਦੁਆਰਾ ਹੈ, ਉਹਦੇ ਨਾਲ ਹੀ ਹੈ ਰਾਮਸਰ ਸਾਹਿਬ ਜੀ ਦਾ ਸਥਾਨ, ਨਾਲ ਹੀ ਬੜਾ ਸੁੰਦਰ ਬਣਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ। ਇਹ ਰਾਮਸਰ ਸਾਹਿਬ ਜੀ ਦਾ ਜਿਹੜਾ ਪਾਵਨ ਪਵਿੱਤਰ ਸਥਾਨ ਹੈ, ਕਹਿੰਦੇ ਨੇ ਇੱਥੇ ਬੜੇ ਘਣੇ ਦਰਖਤ ਸਨ, ਬੜੀ ਘਣੀ ਛਾਂ ਸੀ, ਇੱਥੇ ਬਹੁਤ ਛਾਂ ਵਾਲਾ ਇਲਾਕਾ ਸੀ। ਇਹ ਸਤਿਗੁਰੂ ਸਾਹਿਬ ਜੀ ਨੇ ਚੁਣਿਆ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ ਰਮਦਾਸ ਤੋਂ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾ ਕੇ ਨਾ ਜੀ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ, ਬਾਬਾ ਜੀ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਬੈਠੋ। ਥੋੜ੍ਹਾ ਜਿਹਾ ਧਿਆਨ ਦੇਵੋ, ਕਿੰਨਾ ਪਿਆਰ ਕੀਤਾ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਬਾਬਾ ਜੀ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਬੈਠੋਗੇ। ਤੇ ਸੰਗਤਾਂ ਨੂੰ ਨਾਲ ਕਿਹਾ ਕਿ ਜਿਹੜੀਆਂ ਵੀ ਸੰਗਤਾਂ ਸਾਡੇ ਦਰਸ਼ਨਾਂ ਨੂੰ ਆਉਣ, ਉਹ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਨ, ਤੇ ਜੋ ਵੀ ਉਹ ਮੰਗਣਗੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੀਆਂ ਖਾਸ਼ਾਂ ਪੂਰੀਆਂ ਕਰਨ। ਸਦਕੇ ਜਾਈਏ ਸਤਿਗੁਰੂ, ਤੁਸੀਂ ਆਪਣੇ ਇੱਕ ਗੁਰਸਿੱਖ ਨੂੰ ਵੀ ਇੰਨਾ ਮਾਣ ਦਿੰਦੇ ਹੋ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਿਆ ਇਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜੇ, ਕਹਿਣ ਲੱਗੇ, ਗਰੀਬ ਨਵਾਜ਼ ਸਤਿਗੁਰੂ, ਤੁਸੀਂ ਗੁਰੂ ਨਾਨਕ ਦਾ ਰੂਪ, ਤੁਸੀਂ ਗੁਰੂ ਨਾਨਕ ਦੇ ਸਿੰਘਾਸਨ ਤੇ ਬਿਰਾਜਮਾਨ, ਤੇ ਮਹਾਰਾਜ ਜੀ ਮੈਂ ਤੇ ਤੁਹਾਡੇ ਘਰ ਦਾ ਇੱਕ ਸੇਵਕ ਆ, ਇੱਕ ਸੇਵਾਦਾਰ ਆ, ਇੱਕ ਘਾਈਆ ਵਾਂ। ਤੇ ਸਤਿਗੁਰੂ ਸਾਹਿਬ ਜੀ ਉਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਬਾਬਾ ਜੀ ਤੁਸੀਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਨੇ, ਦੀਦਾਰ ਕੀਤੇ ਨੇ, ਤੇ ਨਾਲ ਸੰਗਤਾਂ ਨੂੰ ਕਹਿ ਦਿੱਤਾ ਜੋ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨਗੀਆਂ ਨਾ ਜੀ, ਤੇ ਬਾਬਾ ਜੀ ਸਾਰਿਆਂ ਦੀਆਂ ਖਾਸ਼ਾਂ ਪੂਰੀਆਂ ਕਰਨਗੇ। ਬਾਬਾ ਬੁੱਢਾ ਸਾਹਿਬ ਜੀ ਨੂੰ ਬਿਠਾ ਦਿੱਤਾ ਹਰਿਮੰਦਰ ਸਾਹਿਬ ਦੇ ਵਿੱਚ, ਤੇ ਆਪ ਸਤਿਗੁਰੂ ਰਾਮਸਰ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਨਾ ਜੀ, ਬੜੀ ਘਣੀ ਛਾਂ ਸੀ, ਕਹਿੰਦੇ ਬੜੀ ਸੰਘਣੀ ਛਾਂ ਸੀ ਇੱਥੇ। ਤੇ ਲਖਾਰੀ ਨੇ ਜੀ ਭਾਈ ਗੁਰਦਾਸ ਜੀ, ਭਾਈ ਗੁਰਦਾਸ ਜੀ ਲਖਾਰੀ ਨੇ, ਤੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸਾਹਿਬ ਜੀ ਨੇ ਬਹੁਤ ਵਧੀਆ ਕਿਸਮ ਦਾ ਕਾਗਜ਼ ਕਸ਼ਮੀਰ ਤੋਂ ਮੰਗਵਾਇਆ। ਉਸ ਕਸ਼ਮੀਰ ਤੋਂ ਕਾਗਜ਼ ਮੰਗਵਾ ਕੇ ਤੇ ਬੜੀ ਆਲੇ ਦਰਜੇ ਦੀ, ਬੜੀ ਵਧੀਆ ਕਿਸਮ ਦੀ ਸ਼ਾਹੀ ਤਿਆਰ ਕਰਵਾਈ। ਤੇ ਇਹਦੇ ਵਿੱਚ ਇੱਕ ਸਿੱਖ ਦਾ ਹੋਰ ਜ਼ਿਕਰ ਹੈ ਜੀ, ਗਿਆਨੀ ਪਿੰਦਰਪਾਲ ਸਿੰਘ ਜੀ, ਸਿੱਖ ਜਗਤ ਦੇ ਮਹਾਨ ਵਿਦਵਾਨ, ਉਹਨਾਂ ਨੇ ਜ਼ਿਕਰ ਕੀਤਾ ਭਾਈ ਬੰਨੋ ਜੀ ਦਾ। ਤੇ ਭਾਈ ਬੰਨੋ ਜੀ ਨੂੰ ਨਾਲ ਬੁਲਾਇਆ ਕਿ ਸ਼ਾਹੀ ਤਿਆਰ ਕਰਨੀ ਤੇ ਕਲਮਾਂ ਤਿਆਰ ਕਰਨੀਆਂ, ਇਹ ਤੁਹਾਡਾ ਕੰਮ ਹੈ। ਹੁਣ ਮੈਂ ਇੱਥੇ 1 ਮਿੰਟ ਰੁਕਾਂ। ਭਾਈ ਬੰਨੋ ਜੀ ਕੌਣ ਨੇ? ਇਹ ਕਹਿੰਦੇ ਨੇ ਭਾਟੀਆ ਗੋਤ ਦੇ ਨਾਲ ਸੰਬੰਧ ਰੱਖਦੇ ਸੀ, ਤੇ ਇਹਨਾਂ ਦੀ ਨਾ ਆਪਣੀ ਦੁਕਾਨ ਸੀ ਘਿਓ ਦੀ। ਤੇ ਮਹਾਰਾਜ ਨੇ ਜਦੋਂ ਇੱਕ ਸਿੱਖ ਨੂੰ ਭੇਜਿਆ ਨਾ, ਭਾਈ ਬੰਨੋ ਜੀ ਨੂੰ ਬੁਲਾ ਕੇ ਲਿਆਓ, ਤੇ ਜਦੋਂ ਉਹ ਸਿੱਖ ਗਿਆ ਤੇ ਭਾਈ ਬੰਨੂ ਜੀ ਇੱਕ ਟਕੇ ਦੇ ਖਾਤਰ ਨਾ ਗਾਹਕ ਦੇ ਨਾਲ ਝਗੜਾ ਕਰ ਰਹੇ ਸਨ।
ਤੇ ਉਹ ਸਿੱਖ ਦੇ ਮਨ ਵਿੱਚ ਆਇਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਦੇ ਕੋਲ ਭੇਜ ਦਿੱਤਾ। ਇਹ ਤਾਂ ਇੱਕ ਛੋਟੀ ਜਿਹੀ ਇੱਕ ਟਕੇ ਦੇ ਪਿੱਛੇ ਗਾਹਕ ਦੇ ਨਾਲ ਝਗੜਾ ਕਰ ਰਿਹਾ। ਤੇ ਜਦੋਂ ਭਾਈ ਬੰਨੋ ਜੀ ਦੇ ਕੋਲ ਗਿਆ ਨਾ ਜੀ ਇਹ ਸਿੱਖ, ਤੇ ਇਸ ਨੇ ਜਾ ਕੇ ਕਿਹਾ ਵੀ ਮੈਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭੇਜਿਆ। ਉੱਠ ਕੇ ਖੜਾ ਹੋ ਗਿਆ ਜੀ ਭਾਈ ਬੰਨੋ, ਕਹਿਣ ਲੱਗਾ ਜੀ ਆਇਆਂ ਨੂੰ ਮੇਰੇ ਧੰਨ ਭਾਗ, ਕਿ ਤੂੰ ਗੁਰੂ ਦੇ ਦਰਸ਼ਨ ਕਰਕੇ ਆਇਆ, ਤੂੰ ਗੁਰੂ ਦੇ ਦੀਦਾਰ ਕਰਕੇ ਆਇਆ, ਗੁਰੂ ਨੇ ਭੇਜਿਆ। ਤੇ ਦੱਸ ਹੁਕਮ ਕੀ ਹੈ, ਸੇਵਾ ਕੀ ਹੈ? ਕਹਿਣ ਲੱਗੇ ਵੀ ਸੇਵਾ ਤੇ ਫੇਰ ਦੱਸਾਂਗਾ, ਪਹਿਲਾਂ ਆਪਣੇ ਮੈਨੂੰ ਘਰ ਲੈ ਚੱਲ ਤੇ ਮੈਂ ਜਾ ਕੇ ਇਸ਼ਨਾਨ ਕਰਾਂਗਾ, ਪਹਿਲਾਂ ਥੱਕਿਆ ਵਾਂ। ਤੇ ਕਹਿੰਦੇ ਨੇ ਜਦੋਂ ਘਰ ਗਿਆ ਨਾ ਸਿੱਖ, ਤੇ ਭਾਈ ਬੰਨੂ ਜੀ ਪੁੱਛਦੇ ਨੇ ਵੀ ਠੰਡੇ ਜਲ ਦੇ ਨਾਲ ਇਸ਼ਨਾਨ ਕਰੋਗੇ ਜਾਂ ਗਰਮ ਜਲ ਦੇ ਨਾਲ? ਤੇ ਸਿੱਖ ਕਹਿਣ ਲੱਗਾ ਵੀ ਮੈਂ ਜਲ ਦੇ ਨਾਲ ਨਹੀਂ, ਮੈਂ ਤੇ ਘਿਓ ਦੇ ਨਾਲ ਇਸ਼ਨਾਨ ਕਰਾਂਗਾ। ਹੁਣ ਦੇਖਣ ਲੱਗੇ ਵੀ ਕਿੰਨਾ ਕੁ ਹੈ ਇਹਦੇ ਅੰਦਰ, ਕੀ ਹੈ, ਕਿੰਨੀ ਕੁ ਭਾਵਨਾ ਗੁਰੂ ਸਾਹਿਬ ਜੀ ਦੇ ਵਾਸਤੇ। ਤੇ ਜੇ ਕੋਈ ਅੱਜ ਦਾ ਸਿੱਖ ਹੁੰਦਾ ਤੇ ਉਹ ਕਹਿੰਦਾ ਵੀ ਮੈਂ ਤੈਨੂੰ ਘਿਓ ਦੇ ਨਾਲ ਤੈਨੂੰ ਇਸ਼ਨਾਨ ਕਰਾਵਾਂ। ਤੇ ਭਾਈ ਬੰਨੂ ਜੀ ਕਹਿੰਦੇ ਨੇ ਕੀ ਕੀਤਾ, ਜਿਹੜੀ ਪੀੜ੍ਹੀ ਤੇ ਬਿਠਾਣਾ ਸੀ ਨਾ ਜੀ ਉਹਨੂੰ ਇਸ਼ਨਾਨ ਕਰਨ ਵਾਸਤੇ, ਪਹਿਲਾਂ ਉਸ ਪੀੜ੍ਹੀ ਦੇ ਉੱਪਰ ਹੀ 2 ਪੀਪੇ ਡੋਲ ਦਿੱਤੇ ਘਿਓ ਦੇ। ਤੇ ਕਹਿਣ ਲੱਗੇ ਹੁਣ ਗੁਰਸਿੱਖਾ ਬੈਠ, ਹੁਣ ਸੁੱਚੀ ਹੋ ਗਈ ਹੈ, ਜਿਸ ਤਰ੍ਹਾਂ ਦੀ ਭਾਵਨਾ ਕਹਿ ਲਓ ਵੀ ਹੁਣ ਪੀੜ੍ਹੀ ਤੇ ਬੈਠ। ਤੇ ਉਹ ਪੀੜ੍ਹੀ ਤੇ ਜਦੋਂ ਬੈਠਣ ਤੋਂ ਪਹਿਲਾਂ ਕਹਿਣ ਲੱਗਾ ਭਾਈ ਬੰਨੂ ਜੀ ਮੈਨੂੰ ਇਹ ਗੱਲ ਦੱਸੋ, ਉੱਥੇ ਤਾਂ ਤੁਸੀਂ ਇੱਕ ਟਕੇ ਦੀ ਖਾਤਰ ਬਹਿਸ ਕਰ ਰਹੇ ਸੋ। ਕਹਿਣ ਲੱਗੇ ਉਹ ਮੇਰਾ ਧੰਦਾ ਸੀ, ਉਹ ਮੇਰੀ ਕਿਰਤ ਸੀ, ਮੈਂ ਨਾ ਕਿਸੇ ਨੂੰ ਘੱਟ ਦੇਣਾ ਹੈ ਤੇ ਨਾ ਕਿਸੇ ਕੋਲੋਂ ਵੱਧ ਲੈਣਾ ਹੈ, ਉਹ ਮੇਰਾ ਕਾਰੋਬਾਰ ਹੈ। ਮੈਂ ਹੈਰਾ ਫੇਰੀ ਨਹੀਂ ਕਰਦਾ, ਮੈਂ ਬੇਈਮਾਨੀ ਨਹੀਂ ਕਰਦਾ, ਜਿੰਨਾ ਬਣਦਾ ਉਨਾ ਦੇਣਾ। ਤੇ ਉੱਥੇ ਮੇਰਾ ਧੰਦਾ ਸੀ, ਉੱਥੇ ਮੇਰੀ ਕਿਰਤ ਸੀ, ਉਹ ਮੇਰਾ ਬਿਜ਼ਨਸ ਸੀ। ਤੇ ਆਹ ਮੇਰਾ ਧਰਮ ਹੈ ਜਿਹੜਾ ਗੁਰੂ ਨੇ ਤੈਨੂੰ ਭੇਜਿਆ ਨਾ, ਇਹ ਮੇਰਾ ਧਰਮ ਹੈ, ਭਾਵੇਂ ਸਾਰਾ ਹੀ ਘਿਓ ਲੱਗ ਜਾਵੇ, ਤੈਨੂੰ ਇਸ਼ਨਾਨ ਕਰਾਏ। ਕਹਿਣ ਲੱਗੇ ਧੰਨ ਗੁਰਸਿੱਖਾ, ਧੰਨ ਗੁਰਸਿੱਖਾ। ਉਹ ਭਾਈ ਬੰਨੋ ਜੀ ਹਨ ਜਿਹੜੇ ਨਾਲ ਆਏ, ਜਿਨ੍ਹਾਂ ਨੇ ਸਿਆਹੀ ਤਿਆਰ ਕੀਤੀ ਜੀ। ਤੇ ਭਾਈ ਗੁਰਦਾਸ ਜੀ ਜਿਹੜੇ ਲਿਖਾਰੀ ਦੀ ਸੇਵਾ ਜਿਹਨੂੰ ਮਹਾਰਾਜ ਨੇ ਸੌਂਪੀ ਨਾ, ਅੱਜ ਮਹਾਰਾਜ ਦੇ ਦਰਸ਼ਨ ਕਰੋ। ਪਹਿਲਾ ਪ੍ਰਕਾਸ਼ ਕੀ ਹੈ ਜੀ, ਅੱਜ ਦਿਹਾੜਾ ਕਿਹੜਾ ਆਪਾਂ ਮਨਾ ਰਹੇ ਹਾਂ, ਕਿਹੜਾ ਦਿਹਾੜਾ? ਥੋੜ੍ਹੀ ਸਮਝ ਆਵੇ, ਆਪਣੇ ਬੱਚਿਆਂ ਨੂੰ ਵੀ ਦੱਸਿਓ। ਤੇ ਸਾਧ ਸੰਗਤ ਜੀ ਲਿਖਿਆ ਕਿ ਮਹਾਰਾਜ ਨੇ ਨਾ ਪਹਿਲਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਹੱਥੀਂ ਮੂਲ ਮੰਤਰ ਲਿਖਿਆ, ਇੱਕ ਓਂਕਾਰ ਆਪ ਲਿਖਿਆ ਗੁਰੂ ਅਰਜਨ ਦੇਵ ਜੀ। ਇੱਕ ਓਂਕਾਰ ਤੋਂ ਲੈ ਕੇ ਵਿਦਵਾਨ ਕਹਿੰਦੇ ਨੇ ਨਾਨਕ ਹੋਸੀ ਪੀ ਸੱਚ ਤੱਕ ਮਹਾਰਾਜ ਨੇ ਆਪ ਲਿਖਿਆ। ਤੇ ਬਾਕੀ ਦੀ ਜਿਹੜੀ ਸੇਵਾ ਸੀ ਉਹ ਭਾਈ ਗੁਰਦਾਸ ਜੀ ਨੂੰ ਸੌਂਪੀ। ਭਾਈ ਗੁਰਦਾਸ ਜੀ ਲਿਖਦੇ ਰਹੇ। ਤੇ ਇਹ ਸੇਵਾ ਸਾਧ ਸੰਗਤ ਜੀ ਜਦੋਂ ਸਤਿਗੁਰੂ ਜੀ ਕਰਵਾ ਰਹੇ ਸਨ, ਤੇ ਆਮ ਸੰਗਤ ਮਹਾਰਾਜ ਦੇ ਦਰਸ਼ਨਾਂ ਨੂੰ ਨਹੀਂ ਸੀ ਜਾ ਸਕਦੀ। ਮਹਾਰਾਜ ਨੇ ਮਨਾਹੀ ਕੀਤੀ ਵੀ ਸਾਡੇ ਦਰਸ਼ਨਾਂ ਨੂੰ ਇਸ ਦੌਰਾਨ ਕੋਈ ਨਾ ਆਵੇ, ਕਿਉਂਕਿ ਬੜਾ ਵੱਡਾ ਕੰਮ ਸੀ ਇਹ। ਤੇ ਉਸ ਵੇਲੇ ਸਾਧ ਸੰਗਤ ਜੀ, ਉਸ ਵੇਲੇ ਜਿਹੜਾ ਸੀ ਬਾਣੀ ਲਿਖਦਿਆਂ 4 ਭਗਤ ਵੀ ਆਏ, ਭਗਤ ਕਾਨਾ ਜੀ, ਭਗਤ ਪੀਲੂ ਜੀ, ਭਗਤ ਸ਼ਾਹ ਹੁਸੈਨ ਜੀ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਇਹ ਜਿਹੜੇ 4 ਸੱਜਣ ਆਏ ਨਾ, ਭਗਤ ਕਾਨਾ, ਭਗਤ ਛੱਜੂ, ਸ਼ਾਹ ਹੁਸੈਨ, ਪੀਲੂ, ਇਹਨਾਂ ਨੇ ਕਿਹਾ ਵੀ ਜਿਹੜਾ ਗ੍ਰੰਥ ਲਿਖ ਰਹੇ ਹੋ ਸਾਡੀ ਵੀ ਬਾਣੀ ਲਿਖੋ, ਇਹਦੇ ਵਿੱਚ ਦਰਜ ਕਰੋ। ਮਹਾਰਾਜ ਕਹਿਣ ਲੱਗੇ ਵੀ ਅਸੀਂ ਤਾਂ ਬਣਾਏ ਸਾਰੀ ਮਨੁੱਖਤਾ ਵਾਸਤੇ ਹੈ, ਤੁਸੀਂ ਵੀ ਦੱਸੋ ਜੇ ਗੁਰਬਾਣੀ ਦੇ ਅਨੁਸਾਰ ਮੇਲ ਖਾਂਦਾ ਹੋਇਆ ਤਾਂ ਜ਼ਰੂਰ ਲਿਖਾਂਗੇ। ਪਹਿਲਾਂ ਭਗਤ ਕਾਨਾ ਬੋਲਿਆ ਜੀ, ਲਾਹੌਰ ਤੋਂ ਆਇਆ, ਇਹ ਇਹਨਾਂ ਸਾਰਿਆਂ ਦਾ ਮੁਖੀ ਸੀ, ਲੀਡਰ ਸੀ। ਭਗਤ ਕਾਨਾ ਕਹਿਣ ਲੱਗਾ ਮੈਂ ਉਹੀ ਰੇ ਜਾ ਕੋ ਵੇਦ ਪ੍ਰਾਣ ਸਭ ਕਾ ਗਾਵੇ, ਖੋਜ ਨਾ ਕੋਈ ਰੇ। ਮੈਂ ਉਹੀ ਹਾਂ ਜਿਹਨੂੰ ਸਾਰੇ ਵੇਦ ਪ੍ਰਾਣ ਗ੍ਰੰਥ ਗਾ ਰਹੇ ਨੇ, ਭਾਵ ਮੈਂ ਰੱਬ ਹੀ ਹਾਂ। ਮਹਾਰਾਜ ਕਹਿਣ ਲੱਗੇ ਬਾਣੀ ਦਰਜ ਨਹੀਂ ਹੋ ਸਕਦੀ, ਕਿਉਂਕਿ ਇੱਥੇ ਤੇ ਉਹਨਾਂ ਦੀ ਬਾਣੀ ਦਰਜ ਹੋਈ ਹੈ ਜਿਨ੍ਹਾਂ ਨੇ ਕਿਹਾ ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਨਹੀਂ ਬਾਣੀ ਦਰਜ ਹੋਈ। ਸ਼ਾਹ ਹੁਸੈਨ ਕਹਿਣ ਲੱਗਾ ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇੜਿਆ। ਸ਼ਾਹ ਹੁਸੈਨ ਕਹਿਣ ਲੱਗਾ ਚੁੱਪ ਕੀਤੇ ਰਹੋ, ਬੋਲੋ ਹੀ ਕੁਝ ਨਾ। ਮਹਾਰਾਜ ਕਹਿਣ ਲੱਗੇ ਵੀ ਆਹ ਜ਼ਬਾਨ ਜਿਹੜੀ ਹੈ ਮਾਲਕ ਦਾ ਨਾਮ ਜਪਣ ਵਾਸਤੇ ਦਿੱਤੀ ਹੈ। ਜਬ ਲਗ ਦੁਨੀਆ ਰਹੀ ਹੈ ਨਾਨਕ ਕੇ ਸੁਣੀਆ ਕਿਛ ਕਹੀ ਹੈ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਪੀਲੂ ਸੀ, ਪੀਲੂ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਜੋ ਮੂਏ। ਪੀਲੂ ਕਹਿਣ ਲੱਗਾ ਉਹ ਚੰਗੇ ਨੇ ਜਿਹੜੇ ਜੰਮਦੇ ਹੀ ਮਰ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਜ਼ਿੰਦਗੀ ਮਰਨ ਵਾਸਤੇ ਨਹੀਂ, ਜ਼ਿੰਦਗੀ ਸਫਲ ਕਰਨ ਵਾਸਤੇ ਹੈ, ਜੀਵਨ ਚਾਹੀਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ
ਜਿਹੜੇ ਦੂਸਰੇ ਸੱਜਣ ਸਨ ਉਹਨਾਂ ਨੇ ਵੀ ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ। ਮਹਾਰਾਜ ਕਹਿਣ ਲੱਗੇ ਬਾਣੀ ਦਰਜ ਨਹੀਂ ਹੋ ਸਕਦੀ, ਨਹੀਂ ਦਰਜ ਕੀਤੀ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਸਿਰਜਿਆ ਨਾ, ਕੱਚੀ ਇੱਟ ਨਹੀਂ ਲੱਗਣ ਦਿੱਤੀ, ਕੱਚੀ ਪਿੱਲੀ ਇੱਟ ਨਹੀਂ ਲੱਗਣ ਦਿੱਤੀ ਸ੍ਰੀ ਹਰਿਮੰਦਰ ਸਾਹਿਬ ਦੇ। ਕਹਿੰਦੇ ਸਨ ਇੱਟ ਕੱਢ ਦਵੋ, ਆ ਇੱਟ ਕੱਚੀ ਹੈ, ਇਹ ਇੱਟ ਪਿੱਲੀ ਹੈ। ਇੰਨਾ ਧਿਆਨ ਰੱਖਿਆ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਰਚਣ ਲੱਗੇ, ਉਸ ਵੇਲੇ ਕੱਚੀ ਬਾਣੀ ਨਹੀਂ ਵਿੱਚ ਪਾਈ ਮਹਾਰਾਜ। ਤੇ ਸਾਧ ਸੰਗਤ ਜੀ ਆਓ, ਸਮਾਂ ਸਮਾਪਤੀ ਵੱਲ ਵੱਧ ਰਿਹਾ। ਮਹਾਰਾਜ ਨੇ ਸਾਰੀ ਬਾਣੀ ਲਿਖਾ ਲਈ। ਇੱਥੇ ਜਿਹੜੇ 11 ਭੱਟ ਆਏ ਸਨ ਨਾ, ਭੱਟ ਸਾਹਿਬਾਨ, ਜਿਹੜੇ ਭੱਟਾਂ ਦੇ ਸਵਈਏ ਸਵੇਰੇ ਪੜ੍ਹੇ ਜਾਂਦੇ ਨੇ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਤੋਂ ਪਹਿਲਾਂ, ਇਹ ਭੱਟ ਸਾਹਿਬ ਵੀ ਆਏ। ਇਹਨਾਂ ਨੇ ਮਹਾਰਾਜ ਦੀ ਬਾਣੀ ਦੀ ਉਹ ਸਿਫਤ ਕੀਤੀ ਪੰਜਾਂ ਪਾਤਸ਼ਾਹੀਆਂ ਦੀ, ਤੇ ਮਹਾਰਾਜ ਨੇ ਉਹ ਬਾਣੀ ਜਿਹੜੀ ਹੈ ਦਰਜ ਕੀਤੀ ਵਿੱਚ, ਹੈ ਸੱਚੇ ਪਾਤਸ਼ਾਹ ਜੀ ਉਹਨਾਂ ਭੱਟਾਂ ਦੀ ਵੀ ਬਾਣੀ ਦਰਜ ਕੀਤੀ। 4 ਗੁਰਸਿੱਖਾਂ ਦੀ ਬਾਣੀ, ਭਾਈ ਸੱਤਾ ਬਲਵੰਡ ਜਿਹੜੇ ਰੁੱਸ ਗਏ ਸਨ ਗੁਰੂ ਕੇ ਕੀਰਤਨੀਏ, ਉਹਨਾਂ ਨੇ ਵੀ ਬੋਲ ਉਚਾਰਨ ਕੀਤੇ ਉਹ ਵੀ। ਤੇ ਸਾਧ ਸੰਗਤ ਜੀ ਰਾਮਕਲੀ ਸਾਧ ਦੇ ਵਿੱਚ ਵੀ ਇਹ ਸਾਰੇ ਬਚਨ ਜਿਹੜੇ ਨੇ ਦਰਜ ਕੀਤੇ ਗਏ। ਤੇ ਸਾਰਾ ਬਾਣੀ ਦਾ ਜਦੋਂ ਖਜ਼ਾਨਾ ਤਿਆਰ ਹੋ ਗਿਆ ਨਾ ਜੀ, ਤੇ ਉਸ ਵੇਲੇ ਦਾ ਜ਼ਿਕਰ ਮਿਲਦਾ ਹੈ ਕਿ ਜਦੋਂ ਬਾਣੀ ਦਾ ਖਜ਼ਾਨਾ ਤਿਆਰ ਹੋਇਆ, ਜਦੋਂ ਪ੍ਰਕਾਸ਼ ਕਰਨਾ ਨਾ ਜੀ ਮਹਾਰਾਜ ਦਾ, ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਤੇ ਪ੍ਰਕਾਸ਼ ਤੋਂ ਇੱਕ ਰਾਤ ਜਿਹੜੀ ਪਹਿਲੀ ਹੈ ਨਾ ਜੀ, ਮਹਾਰਾਜ ਜੀ ਬੜੀ ਸੋਚ ਦੇ ਵਿੱਚ ਨੇ ਫਿਰ ਸਵੇਰੇ ਪ੍ਰਕਾਸ਼ ਕਰਨਾ ਹੈ। ਤੇ ਇਸ ਗ੍ਰੰਥ ਦਾ ਗ੍ਰੰਥੀ ਕਿਹਨੂੰ ਬਣਾਉਣਾ ਹੈ? ਗ੍ਰੰਥੀ ਸ਼ਬਦ ਮਾੜਾ ਨਹੀਂ, ਗ੍ਰੰਥ ਤੋਂ ਸ਼ਬਦ ਬਣਿਆ ਗ੍ਰੰਥੀ, ਜਿਹੜਾ ਗੁਰੂ ਘਰ ਦਾ ਵਜ਼ੀਰ ਸਾਧ ਸੰਗਤ ਜੀ। ਤੇ ਕਹਿੰਦੇ ਨੇ ਸਾਰੀ ਰਾਤ ਸਤਿਗੁਰੂ ਜੀ ਜਿੱਥੇ ਸਿੱਖ ਵਿਸ਼ਰਾਮ ਦੇ ਵਿੱਚ ਸਮਝਾਉਂਦੇ ਰਹੇ, ਕੱਲੇ ਕੱਲੇ ਨੂੰ ਦੇਖਦੇ ਰਹੇ। ਜਦੋਂ ਭੱਲਿਆਂ ਨੂੰ ਦੇਖਿਆ, ਤ੍ਰੇਨ ਨੂੰ ਦੇਖਿਆ, ਗੁਰੂ ਅਮਰਦਾਸ ਜੀ ਦੀ ਕੁੱਲ 'ਚ ਦੇਖਿਆ, ਗੁਰੂ ਅੰਗਦ ਦੇਵ ਜੀ ਦੀ ਕੁੱਲ ਦੇ ਵਿੱਚੋਂ ਦੇਖਿਆ, ਪੇ ਤੇ ਮਾਨ ਕਰਨਗੇ ਪਏ ਅਸੀਂ ਗੁਰੂ ਦੀ ਕੁੱਲ ਵਿੱਚੋਂ ਆ। ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਏ ਤੇ ਕਹਿੰਦੇ ਨੇ ਨਾਲ ਹੀ ਸਿਰ ਝੁਕਾਤਾ, ਕਹਿਣ ਲੱਗੇ ਇਹ ਸਿੱਖ ਹੈ ਭਾਰੀ। ਤੇ ਇਹਨੇ ਪਹਿਲੇ 4 ਗੁਰੂ ਸਾਹਿਬਾਨਾਂ ਦੇ ਵੀ ਦਰਸ਼ਨ ਕੀਤੇ ਨੇ, ਗੁਰੂ ਨਾਨਕ ਦੇ ਵੀ ਦਰਸ਼ਨ ਕੀਤੇ ਨੇ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ। ਤੇ ਆਓ ਹੁਣ ਸਮਾਪਤੀ ਦੇ ਵੱਲ ਵਧਣ ਲੱਗੇ ਆ, ਪ੍ਰਕਾਸ਼ ਦੇ ਵੱਲ। ਉਹ ਦਿਨ ਆ ਗਿਆ ਜੀ, ਅੱਜ ਦਾ ਦਿਨ ਆ ਗਿਆ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸੀਸ ਤੇ ਲਿਆ। ਇੱਕ ਵਾਰੀ ਸਾਰੇ ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਆਪਣੇ ਸੀਸ ਤੇ ਲਿਆ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਚੌਰ ਕਰ ਰਹੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਚੌਰ ਕਰ ਰਹੇ ਨੇ। ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨਾ, ਛੋਟੀ ਜੀ ਉਮਰ ਹੈ, ਉਹ ਅੱਗੇ ਜਲ ਛਿੜਕ ਰਹੇ ਨੇ। ਉਹ ਦ੍ਰਿਸ਼ ਸਾਹਮਣੇ ਲੈ ਆਓ ਅੱਜ ਪੇ ਜਿੱਦਾਂ ਪਹਿਲਾ ਪ੍ਰਕਾਸ਼ ਹੋਣ ਲੱਗੇ। ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਸੀਸ ਤੇ ਲਿਆ, ਬੁੱਢਾ ਗ੍ਰੰਥ ਸਲੀਨ ਸਿਰ ਧਾਰੀ, ਚਬਰ ਕਰੇ ਗੁਰ ਬਾਰੰਗ ਬਾਰੀ। ਚਬਰ ਗੁਰੂ ਸਾਹਿਬ ਕਰ ਰਹੇ ਨੇ ਚੌਰ ਸਾਹਿਬ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਜਲ ਛਿੜਕ ਰਹੇ ਨੇ। ਤੇ ਕਹਿੰਦੇ ਨੇ ਵਾਜੇ ਵੱਜ ਰਹੇ ਨੇ, ਸ਼ਹਿਨਾਈਆਂ ਵੱਜ ਰਹੀਆਂ, ਮਠਿਆਈਆਂ ਵੰਡੀਆਂ ਜਾ ਰਹੀਆਂ, ਜਿੱਦਾਂ ਨਗਰ ਕੀਰਤਨ ਹੁੰਦਾ ਨਾ ਜੀ। ਇਸ ਰੂਪ ਦੇ ਵਿੱਚ ਰਾਮਸਰ ਸਾਹਿਬ ਜੀ ਦੇ ਸਥਾਨ ਤੋਂ ਚੱਲ ਕੇ ਤੇ ਸਾਧ ਸੰਗਤ ਜੀ ਜਿੱਥੇ ਦੁੱਖ ਭੰਜਨੀ ਬੇਰੀਆਂ, ਇੱਥੇ ਥੜਾ ਸਾਹਿਬ ਹੈ, ਇੱਥੇ ਪਹਿਲਾਂ ਮਹਾਰਾਜ ਦਾ ਸਰੂਪ ਟਿਕਾਇਆ ਗਿਆ। ਸੰਗਤਾਂ ਨੂੰ ਪੁੱਛਿਆ ਵੀ ਕਿੱਥੇ ਪ੍ਰਕਾਸ਼ ਕਰੀਏ? ਸੰਗਤਾਂ ਨੇ ਕਿਹਾ ਮਹਾਰਾਜ ਇਹ ਤੁਹਾਨੂੰ ਪਤਾ ਕਿੱਥੇ ਪ੍ਰਕਾਸ਼ ਕਰਨਾ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਰੱਬ ਦਾ ਮੰਦਰ ਹੈ ਹਰਮੰਦਰ, ਤੇ ਰੱਬ ਦੇ ਮੰਦਰ ਦੇ ਵਿੱਚ, ਹਰਮੰਦਰ ਦੇ ਵਿੱਚ ਹਰੀ ਦੀ ਬਾਣੀ ਦਾ ਪ੍ਰਕਾਸ਼। ਪਹੁੰਚ ਗਏ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ। ਤੇ ਉੱਥੇ ਪਹੁੰਚ ਕੇ ਕਹਿਣ ਲੱਗੇ ਬਾਬਾ ਬੁੱਢਾ ਖੋਲੋ ਗ੍ਰੰਥ, ਲਿਹੋ ਆਵਾਜ਼ਾਂ, ਸੁਣੈ ਸਭ ਪੰਥ। ਬਾਬਾ ਬੁੱਢਾ ਸਾਹਿਬ ਜੀ ਪ੍ਰਕਾਸ਼ ਕਰੋ, ਖੋਲੋ ਗੁਰੂ ਗ੍ਰੰਥ ਸਾਹਿਬ ਜੀ ਨੂੰ, ਹੁਕਮਨਾਮਾ ਲਵੋ, ਆਵਾਜ਼ਾਂ ਲਵੋ। ਹੁਕਮਨਾਮੇ ਨੂੰ ਆਵਾਜ਼ਾਂ ਵੀ ਕਹਿੰਦੇ ਸਨ ਪਿੰਡਾਂ 'ਚ ਨਾ ਜੀ, ਕਹਿੰਦੇ ਸਨ ਗ੍ਰੰਥੀ ਸਿੰਘ ਆਵਾਜ਼ਾਂ ਲੈ ਲੱਗੇ ਤੇ ਖੋਲੋ। ਕਹਿੰਦੇ ਨੇ ਅਦਬ ਸਾਹਿਤ ਗ੍ਰੰਥ ਕੋ ਖੋਲਾ, ਬਾਬਾ ਬੁੱਢਾ ਸਾਹਿਬ ਜੀ ਨੇ ਅਦਬ ਸਾਹਿਤ ਗ੍ਰੰਥ ਕੋ ਖੋਲਾ, ਲੈ ਮੁਖ ਵਾਕ ਬੁੱਢਾ ਮੁਖ ਬੋਲਾ। ਬਾਬਾ ਬੁੱਢਾ ਸਾਹਿਬ ਜੀ ਮੁਖ ਤੋਂ ਬੋਲੇ। ਕੀ ਬੋਲਦੇ ਨੇ ਜੀ? ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖੋਲੋਇਆ, ਹਰ ਕੰਮ ਕਰਾਵਨ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਹੁਕਮਨਾਮਾ ਪਹਿਲੀ ਵਾਰੀ ਆਇਆ ਜੀ। ਦੇਖੋ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੁਕਮਨਾਮਾ ਆਇਆ।
ਤੇ ਕਹਿੰਦੇ ਨੇ ਸਭ ਤੋਂ ਪਹਿਲਾਂ ਮੱਥਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਟੇਕਿਆ, ਫਿਰ ਬਾਬਾ ਬੁੱਢਾ ਸਾਹਿਬ ਜੀ ਨੇ, ਫਿਰ ਭਾਈ ਗੁਰਦਾਸ ਜੀ ਨੇ, ਫਿਰ ਬਾਕੀ ਸੰਗਤਾਂ ਨੇ। ਇਹ ਗੱਲ ਸਪਸ਼ਟ ਹੈ ਕਿ ਜਿਸ ਦਿਨ ਤੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਹੋ ਗਿਆ ਨਾ ਜੀ, ਉਸ ਦਿਨ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਖਰੇ ਗੱਦਾ ਲਗਾ ਕੇ ਨਹੀਂ ਬੈਠੇ। ਅੱਜ ਕੋਈ ਮਾਮੂਲੀ ਮਨੁੱਖ ਆ ਜਾਏ ਨਾ, ਬਾਬਾ ਆ ਜਾਏ, ਉਹ ਕਹਿੰਦੇ ਸਾਡੇ ਵਾਸਤੇ ਗੱਦਾ ਲਾਓ, ਸਾਡੇ ਵਾਸਤੇ ਵੱਖਰੇ ਆਸਣ ਲਾਓ। ਤੇ ਸਾਡੇ ਵੀ ਪਤਾ ਨਹੀਂ ਸਿੱਖਾਂ ਦੀ ਵੀ ਮੱਤ ਮਾਰੀ ਗਈ ਹੈ, ਕੋਈ ਗੋਲ ਪੱਗ ਵਾਲਾ ਆਇਆ ਨਹੀਂ, ਕੋਈ ਲੰਬੇ ਚੋਲੇ ਵਾਲਾ ਆਇਆ ਨਹੀਂ, ਤੇ ਸੰਗਤ ਤੋਂ ਵੱਖਰੇ ਉਹਦਾ ਬਾਬਾ ਜੀ ਵਾਸਤੇ ਵੱਖਰੇ ਆਸਣ ਲਾਓ ਜੀ। ਦੱਸੋ ਵੀ ਬਾਬਾ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਵੱਡਾ ਆ ਗਿਆ? ਨਹੀਂ, ਸੰਗਤ ਦੇ ਵਿੱਚ ਬੈਠੀਦਾ, ਨਿਮਰਤਾ ਦੇ ਵਿੱਚ ਬੈਠੀਦਾ। ਸੰਗਤ ਤੋਂ ਕਦੇ ਵੱਡੇ ਹੋ ਕੇ ਨਹੀਂ ਬੈਠਣਾ, ਸੰਗਤ ਤੋਂ ਕਦੇ ਵੱਖ ਹੋ ਕੇ ਨਹੀਂ ਬੈਠਣਾ। ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਸੰਗਤ ਦੇ ਵਿੱਚ ਬੈਠੇ, ਤੇ ਮਹਾਰਾਜ ਨੇ ਉਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕਥਾ ਨਹੀਂ ਹੁੰਦੀ। ਤੁਸੀਂ ਦੇਖੋ ਕੀਰਤਨ ਹੀ ਹੁੰਦਾ ਨਾ, ਜਾਂ ਗੁਰਬਾਣੀ ਪੜ੍ਹੀ ਜਾਂਦੀ, ਕਥਾ ਨਹੀਂ ਹੁੰਦੀ ਉੱਥੇ। ਪਹਿਲੀ ਵਾਰੀ ਕਥਾ ਹੋਈ ਤੇ ਇੱਕੋ ਵਾਰੀ ਕਥਾ ਹੋਈ, ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ, ਉਹਨਾਂ ਨੇ ਬੜਾ ਪਿਆਰਾ ਬਚਨ ਕਿਹਾ ਹੈ, ਮਮ ਸਰੀਰ ਤੇ ਉੱਤਮ ਜਾਨੂ। ਸਤਿਗੁਰੂ ਜੀ ਕਹਿਣ ਲੱਗੇ, ਆ ਜਿਹੜਾ ਮੇਰਾ ਸਰੀਰ ਹੈ ਨਾ, ਮੇਰੇ ਸਰੀਰ ਤੋਂ ਉੱਤਮ ਗੁਰੂ ਗ੍ਰੰਥ ਸਾਹਿਬ ਹੈ। ਇਹ ਸਤਿਗੁਰ ਕਾ ਸਰੀਰ ਹੈ ਜੋ ਸਭ ਥਾਉ ਸਭ ਸਮੇਂ ਨਾ ਦਰਸੈ। ਕਹਿਣ ਲੱਗੇ, ਆ ਜਿਹੜਾ ਸਰੀਰ ਹੈ ਨਾ, ਹਰ ਇੱਕ ਜਗ੍ਹਾ ਤੇ ਹਰ ਇੱਕ ਸਮੇਂ ਤੇ ਨਹੀਂ ਦੇਖਿਆ ਜਾ ਸਕਦਾ, ਪਰ ਗੁਰੂ ਦਾ ਸ਼ਬਦ ਹਰ ਇੱਕ ਜਗ੍ਹਾ ਹੋਵੇ। ਗੁਰ ਕਾ ਬਚਨ ਵਸੈ ਜੀ ਨਾਲੇ। ਤੇ ਸਤਿਗੁਰੂ ਸਾਹਿਬ ਜੀ ਨੇ ਆਪ ਸਾਨੂੰ ਮਰਿਆਦਾ ਦਿੱਤੀ, ਆਪ ਪੂਰਨੇ ਪਾਏ। ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਹ ਦਿਨ ਹੈ ਜਿਸ ਦਿਨ ਪਹਿਲੀ ਵਾਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ। ਇਤਿਹਾਸ ਤੇ ਬਹੁਤ ਲੰਬੇਰਾ, ਪਰ ਸਮਾਂ ਮੈਨੂੰ ਅੱਗੇ ਆਗਿਆ ਨਹੀਂ ਦੇ ਰਿਹਾ ਅੱਗੇ ਵਧਣ ਦੀ। ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ, ਜੋ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ। ਅਕਾਲ ਚੈਨਲ ਦੇ ਵੱਲੋਂ, ਅਕਾਲ ਚੈਨਲ ਦੇ ਸਾਰੇ ਦਰਸ਼ਕ, ਸਾਰੀਆਂ ਸੰਗਤਾਂ, ਦੇਸ਼ ਵਿਦੇਸ਼ ਦੀਆਂ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਵਧਾਈਆਂ। ਅੱਜ ਸਿੱਖ ਜਗਤ ਦੇ ਵਾਸਤੇ ਬੜਾ ਭਾਗਾਂ ਵਾਲਾ ਦਿਨ ਹੈ। ਸਾਧ ਸੰਗਤ ਜੀ, ਬੜਾ ਖੁਸ਼ੀ ਵਾਲਾ ਦਿਨ ਹੈ। ਹੋਈਆਂ ਬੇਨਤ ਭੁੱਲਾਂ ਦੀ ਖਿਮਾ ਕਰ ਦੇਣੀ ਜੀ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।